ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਜਿਸ ਤਰ੍ਹਾਂ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਗੱਲਬਾਤ ਕਰ ਰਹੇ ਹਾਂ ICBC ਦੇ ਸੰਬੰਧ ਵਿੱਚ ਤੁਹਾਨੂੰ ਕੀ ਤੁਹਾਡੇ ਰਾਈਟਸ ਨੇ, ਕੀ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਨੇ, ਉਸ ਬਾਰੇ ਸਾਡੇ ਨਾਲ ਆ ਕੇ ਅਮਰੀਕ ਨਾਰੰਗ ਜਿਹੜੇ ਕਿ ICBC ਦੇ ਨਾਲ ਡੀਲ ਕਰਦੇ ਲਾਇਰ ਨੇ, ਪਰਸਨਲ ਇੰਜਰੀ ਲਾਇਰ ਨੇ, ਗੱਲਬਾਤ ਕਰਿਆ ਕਰਦੇ ਨੇ। ਉਸੇ ਸੰਬੰਧ ਵਿੱਚ ਇਸ ਚੇਨ ਵਿੱਚ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਤੇ ਅੱਜ ਜਾਣਕਾਰੀ ਲੈਂਦੇ ਹਾਂ ਕਿ ਜਦੋਂ ਦੋ ਕਾਮਿਆਂ ਦਾ ਐਕਸੀਡੈਂਟ ਹੋ ਜਾਂਦਾ ਹੈ ਉਸ ਸਮੇਂ ਕਿਸ ਤਰੀਕੇ ਨਾਲ ਲਾਅ ਜੋ ਹੈ ਕੀ ਕਹਿੰਦਾ ਹੈ ਤੇ ਕੀ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਵਾਗਤ ਕਰਦੇ ਹਾਂ ਅਮਰੀਕ ਨਾਰੰਗ ਦਾ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਫॉर ਹੈਵਿੰਗ ਮੀ। ਥੈਂਕ ਯੂ। ਸੋ ਅਮਰੀਕ ਜੀ, ਜਦੋਂ ਦੋ ਵਿਅਕਤੀ ਜਿਹੜੇ ਕਿ ਕੋਈ ਕੰਮ ਕਰ ਰਹੇ ਨੇ ਉਹਨਾਂ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਸ ਸਮੇਂ ਲਾਅ ਦੇ ਵਿੱਚ ਕੀ ਕੁਝ ਦੱਸਿਆ ਗਿਆ ਤੇ ਕਿਹੜੀ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਹੈ? ਹਾਂਜੀ, ਆਪਣੇ ਦਫ਼ਤਰ ਦੇ ਵਿੱਚ ਕਈ ਕਲਾਇੰਟ ਆਉਂਦੇ ਆ ਜਿਹੜੇ ਕਿ ਆਪਣੇ ਭਾਈਚਾਰੇ 'ਚ ਟੈਕਸੀ ਚਲਾ ਰਹੇ ਆ ਜਾਂ ਟਰੱਕ ਚਲਾ ਰਹੇ ਆ, ਤੇ ਜਦੋਂ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਕਾਫੀ ਕੰਪਲਿਕੇਸ਼ਨਸ ਆ ਜਾਂਦੀਆਂ ਜੀ। ਆਮ ਤੌਰ 'ਤੇ ਤਾਂ ਲਾਅ ਇਹ ਕਹਿੰਦਾ ਹੈ ਵੀ ਜਦੋਂ ਤੁਹਾਡਾ ਕਾਰ ਐਕਸੀਡੈਂਟ ਹੋ ਜੇ ਜਿਹਦੇ ਨਾਲ ਵੀ ਹੁੰਦਾ ਤੁਸੀਂ ਉਸ ਪਾਰਟੀ ਨੂੰ ਸੂ ਕਰਕੇ ਤੇ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਤੋਂ ਜਾਣੀ ਕਿ ICBC ਤੋਂ ਪੈਸੇ ਲੈ ਸਕਦੇ ਆ। ਬਟ ਦ ਪ੍ਰੋਬਲਮ ਇਜ਼ ਜਦੋਂ ਦੋ ਕਾਮਿਆਂ ਦਾ ਐਕਸੀਡੈਂਟ ਹੋ ਜਾਂਦਾ ਜਿਵੇਂ ਕਿ ਕੈਬ ਡਰਾਈਵਰ ਕਿਸੇ ਪੀਜ਼ਾ ਡਿਲੀਵਰੀ ਡਰਾਈਵਰ ਦੇ ਨਾਲ ਐਕਸੀਡੈਂਟ ਹੋ ਜੇ, ਅੱਛਾ ਜੀ, ਤਾਂ ਉਹ ਫਿਰ ਵਰਕਰ ਵਰਸਸ ਵਰਕਰ ਦਾ ਜਿਹੜਾ ਇੱਕ ਡਿਫੈਂਸ ਹੈ ਅੰਡਰ ਸੈਕਸ਼ਨ 10 ਆਫ ਦ ਵਰਕਰਸ ਕੰਪਨਸੇਸ਼ਨ ਐਕਟ ਉਹ ਪੇਸ਼ ਹੋ ਸਕਦਾ ਹੈ। ਓਕੇ। ਸੋ ਜੇ ਅਸੀਂ ਉਸ ਪੀਜ਼ਾ ਡਿਲੀਵਰੀ ਡਰਾਈਵਰ ਨੂੰ ਸੂ ਕਰ ਦਈਏ ਆਪਦੇ ਕੈਬ ਡਰਾਈਵਰ ਕਲਾਇੰਟ ਦੇ ਤਰਫੋਂ, ਤਾਂ ICBC ਦੇ ਵਕੀਲ ਨੇ ਡਿਫੈਂਸ ਦੇ ਵਿੱਚ ਇਹ ਰੇਜ਼ ਕਰਨਾ ਹੈ ਵੀ ਦੋਏ ਇਹ ਕੰਮ ਕਰਦੇ ਕਰਕੇ ਇਹਨਾਂ ਨੂੰ ਹੈਵ ਟੂ WCB ਦੇ ਜਾਣਾ ਪੈਂਦਾ ਹੈ। ਓਕੇ। ICBC is not by law required to pay under the policy. Okay. So workers compensation ਦੀ ਇੱਕ ਟ੍ਰਾਈਬਿਊਨਲ ਹੈ WCAT। ਅੱਛਾ ਜੀ। ਸੋ ਉਹ ਤੁਸੀਂ ਟ੍ਰਾਈਬਿਊਨਲ ਨੂੰ ਫਿਰ ਅਪਲਾਈ ਕਰਕੇ ਤੇ ਰੂਲਿੰਗ ਲੈਣੀ ਪੈਂਦੀ ਹੈ ਵੀ ਵਾਕਈ ਹੀ ਦੋ ਜਣੇ ਕੰਮ ਤੇ ਸੀ, because the definition is strict. You have to be working, but you have to be in the course of your employment. Okay. ठीक है जी। So ਜੇ ਤੁਸੀਂ ਪੀਜ਼ਾ ਡਿਲੀਵਰੀ ਡਰਾਈਵਰ ਹੈ ਪਰ ਪੀਜ਼ਾ ਡਿਲੀਵਰ ਕਰ ਆਏ ਹੈ ਤੇ ਉਦੋਂ ਬਾਅਦ ਤੁਸੀਂ ਕਿਸੇ ਪਰਸਨਲ ਕੰਮ ਤੇ ਹੈ ਤੇ ਫਰਜ਼ ਕਰੋ ਗਰੋਸਰੀ ਲੈਣ ਉੱਠ ਗਏ ਰਾਹ 'ਚ ਤੇ ਫਿਰ ਤੁਹਾਡਾ ਐਕਸੀਡੈਂਟ ਹੁੰਦਾ ਹੈ, ਫਿਰ ਨਹੀਂ ਕਵਰ ਹੋਏਗਾ। you're not in the course of your employment maybe, right? ਹਾਂਜੀ। ਸੋ ਇਹ ਕਾਫੀ ਕੰਪਲਿਕੇਟਡ ਕੇਸ ਹੁੰਦੇ ਆ ਤੇ ਵਕੀਲ ਦੇ ਨਾਲ ਸਾਡੇ ਨਾਲ ਰਾਏ ਲਾ ਕੇ ਤੇ ਅਸੀਂ ਤੁਹਾਡੇ ਹੱਕ ਸਮਝਾ ਸਕਦੇ ਹਾਂ। ਠੀਕ ਹੈ। ਇਟਸ ਵੈਰੀ ਇੰਪੋਰਟੈਂਟ ਟੂ ਗੈਟ ਦੈਟ ਐਡਵਾਈਸ ਇਨ ਦ ਬਿਗਿਨਿੰਗ, ਕਿਉਂਕਿ ਜੇ ਤੁਸੀਂ ਕੇਸ ਨੂੰ ਅੱਗੇ ਵਧਾ ਕੇ ਤੇ ਕੇਸ ਨੂੰ ਹਾਰ ਜੰਨੇ ਆ ਤਾਂ ਫਿਰ ਕਾਫੀ ਖਰਚਿਆਂ ਦਾ ਪ੍ਰੋਬਲਮ ਪੈ ਸਕਦੀ ਹੈ। ਓਕੇ। ਉਹ ਆਪਾਂ ਫਿਰ ਗਾਂ ਵਾਲੇ ਸੈਗਮੈਂਟ 'ਚ ਗੱਲ ਕਰਾਂਗੇ ਵੀ ਜਿਹੜੇ ਕਾਸਟ ਕੌਨਸੀਕੁਐਂਸ ਹੁੰਦੇ ਆ ਉਹ ਕੀ ਹੁੰਦੇ ਆ। ਓਕੇ। ਬਟ ਦ ਪ੍ਰੋਬਲਮ ਇੱਕ ਹੋਰ ਪ੍ਰੋਬਲਮ ਪੇਸ਼ ਹੁੰਦੀ ਆ, ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਵੀ ਜੇ ਤੁਸੀਂ ਆਪ ਕੰਮ ਤੇ ਹੁੰਦੇ ਆ ਪਰ ਦੂਸਰੀ ਪਾਰਟੀ ਨਹੀਂ ਕੰਮ ਵਾਲੀ ਹੁੰਦੀ ਤਾਂ ਤੁਹਾਨੂੰ ਇਲੈਕਸ਼ਨ ਮਿਲਦੀ ਹੈ, ਤੁਸੀਂ ICBC ਦੇ ਵੀ ਜਾ ਸਕਦੇ ਆ ਤੇ ਤੁਸੀਂ WCB ਦੇ ਵੀ ਜਾ ਸਕਦੇ ਆ। ਅੱਛਾ ਜੀ। ਬਟ ਦ ਪ੍ਰੋਬਲਮ ਇਜ਼ that WCB ਨੇ ਤੁਹਾਨੂੰ ਕੋਈ ਦੁੱਖ ਤਕਲੀਫ ਦਾ ਪੈਸਾ ਨਹੀਂ ਦੇਣਾ। ਉਹਨਾਂ ਨੇ ਤੁਹਾਡੇ ਮੈਡੀਕਲ ਖਰਚੇ ਕਵਰ ਕਰਨੇ ਆ ਤੇ ਉਹਨਾਂ ਨੇ ਤੁਹਾਨੂੰ ਵੇਜ ਲਾਸ ਦੇਣੀ ਹੈ। ਜੇ ਤੁਹਾਡੇ ਡਾਕਟਰ ਨੇ ਲਿਖਤਾ ਵੀ ਤੁਸੀਂ ਕੰਮ ਨਹੀਂ ਕਰ ਸਕਦੇ ਫਿਰ ਤੁਹਾਨੂੰ ਵੇਜ ਲਾਸ ਮਿਲੂਗੀ। ਠੀਕ ਹੈ ਜੀ, until the point you're disabled. ਪਰ ਆਮ ਤੌਰ ਤੇ ਜਿਹੜੇ ਪੈਸੇ ਜ਼ਿਆਦਾ ਮਿਲਦੇ ਹੁੰਦੇ ਆ ਉਹ ਦੁੱਖ ਤਕਲੀਫ ਦੇ ਮਿਲਦੇ ਹੁੰਦੇ ਆ, ਜਾਂ ਤੁਹਾਡੀ ਫਿਊਚਰ ਦੁੱਖ ਤਕਲੀਫ ਦੇ ਜਾਂ ਪਿਛਲੀ ਦੁੱਖ ਤਕਲੀਫ ਦੇ। ਇਹ WCB doesn't pay that. ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਆ ਵੀ ਕਲਾਇੰਟ ਨੂੰ ICBC ਦੀ ਇਲੈਕਸ਼ਨ ਮਿਲੇ। ਠੀਕ ਹੈ। ਪਰ ਉਹਦੇ ਵਿੱਚ ਵੀ ਕਈ ਪ੍ਰੋਬਲਮਸ ਆ ਜਾਂਦੀਆਂ ਬਿਕਾਜ਼ ਜੇ ਤੁਸੀਂ ICBC ਇਲੈਕਟ ਕਰ ਲੈਂਦੇ ਆ ਆਮ ਤੌਰ ਤੇ ਤਾਂ ਤੁਹਾਨੂੰ ਪਾਰਟ 7 ਬੈਨੀਫਿਟ ਮਿਲਦੇ। ਆਪਾਂ ਪਿੱਛੇ ਐਪੀਸੋਡ 'ਚ ਗੱਲ ਕੀਤੀ ਸੀ ਵੀ ਮੈਡੀਕਲ ਬੈਨੀਫਿਟ ਕੀ ਹੁੰਦੇ ਆ। ਤੁਹਾਡੀ ਫਿਜ਼ੀਓਥੈਰੇਪੀ ਦੀ ਟ੍ਰੀਟਮੈਂਟ ਦੇ ਪੈਸੇ, ਤੁਹਾਡੇ ਦੂਸਰਾ ਦਵਾਈਆਂ ਦੇ ਪੈਸੇ। ਪਰ ਜੇ ਤੁਸੀਂ ICBC ਨੂੰ ਇਲੈਕਟ ਕਰ ਲਿਆ ਫਿਰ ਉਹ ਐਡਜਸਟਰ ਕਹਿ ਦਿੰਦਾ ਵੀ ਤੁਸੀਂ WCB ਤੋਂ ਨਹੀਂ ਪੈਸੇ ਲਏ ਕਰਕੇ ਅਸੀਂ ਤੁਹਾਨੂੰ ਇਹ ਖਰਚਾ ਨਹੀਂ ਹੁਣ ਦੇਣਾ, ਦੇਵਾਂਗੇ ਪਰ ਐਂਡ ਤੇ ਦੇਵਾਂਗੇ। ਸੋ ਤੁਹਾਨੂੰ ਖਰਚਾ ਕਈ ਵਾਰੀ ਆਪ ਝੱਲਣਾ ਪੈਂਦਾ ਐਂਡ ਦੈਟਸ ਅ ਬਿਗ ਪ੍ਰੋਬਲਮ, ਰਾਈਟ? ਕਿਉਂਕਿ ਖਰਚਾ ਬਹੁਤ ਹੋ ਜਾਂਦਾ। ਹੁਣ ਇੱਕ ਫਿਜ਼ੀਓ ਵਿਜ਼ਿਟ ਕਈ ਵਾਰੀ 40, 45, $50 ਵੀ ਲੱਗ ਜਾਂਦੇ ਆ। ਜੇ ਹੁਣ ਤੁਸੀਂ 100 ਟ੍ਰੀਟਮੈਂਟਾਂ ਕਰਾ ਲਈਆਂ ਦੈਟਸ ਅ ਲੋਟ ਆਫ ਮਨੀ, ਰਾਈਟ? ਸਪੈਸ਼ਲੀ ਜੇ ਤੁਸੀਂ ਜ਼ਿਆਦਾ ਜ਼ਖਮੀ ਹੋਏ ਆ ਤੇ ਤੁਹਾਨੂੰ ਨਰਸ ਦੀ ਕੇਅਰ ਹੈ, ਤੁਹਾਨੂੰ ਘਰ ਦੇ ਵਿੱਚ ਵੀ ਕੇਅਰ ਦੀ ਲੋੜ ਹੈ। ਮੇਰੇ ਕੋਲ ਇਹੋ ਜਿਹੇ ਕੇਸ ਹੈਗੇ ਆ
ਪਰ ਤੁਸੀਂ ਆਪ ਟੈਕਸੀ ਡਰਾਈਵਰ ਹੁੰਨੇ ਆ, ਬਹੁਤ ਸਾਡੀ ਫਿਰ ਝਗੜਾ ICBC ਨਾਲ ਹੋ ਕੇ ਤੇ ਉਹ ਮੈਡੀਕਲ ਬੈਨੀਫਿਟ ਅਪਰੂਵ ਕਰਾਉਣੇ ਪੈਂਦੇ ਆ ਜੀ। ਹਾਂਜੀ ਸੋ ਪ੍ਰੋਸੀਜਰ ਕੀ ਹੁੰਦਾ ਜੀ ਸਾਰੀ ਡਿਟਰਮੀਨੇਸ਼ਨ ਦਾ? ਹਾਂਜੀ, ਸੋ ਪ੍ਰੋਸੀਜਰ ਪਹਿਲਾਂ ਇਹ ਹੈ ਵੀ ਸਾਡੇ ਦਫ਼ਤਰ ਦੇ ਵਿੱਚ ਅਸੀਂ ਤੁਹਾਡੀ ਇੰਟਰਵਿਊ ਲਵਾਂਗੇ, ਠੀਕ ਹੈ ਜੀ। ਜੇ ਤੁਹਾਨੂੰ ਇਹ ਸਾਨੂੰ ਤੁਸੀਂ ਹਾਇਰ ਕੀਤਾ ਹੈ ਤਾਂ ਮੇਰਾ ਪ੍ਰੋਸੀਜਰ ਤਾਂ ਇਹ ਹੁੰਦਾ ਵੀ ਪਹਿਲਾਂ ਤਾਂ ਅਡਜਸਟਰ ਨਾਲ ਗੱਲ ਕਰੋ, ਠੀਕ ਹੈ ਜੀ, ICBC ਦੇ ਨਾਲ। ਉਹਨੂੰ ਪੁੱਛੋ ਵੀ ਜਿਹੜੀ ਦੂਸਰੀ ਪਾਰਟੀ ਹੈ, ਇਜ਼ ਦੈਟ ਪਾਰਟੀ ਅ ਵਰਕਰ ਔਰ ਨਾਟ ਅ ਵਰਕਰ। ਹਾਂਜੀ, ਉਸ ਪਾਰਟੀ ਦੀ ਡਰਾਈਵਰ ਦੀ ਸਟੇਟਮੈਂਟ ਸਾਨੂੰ ਚਾਹੀਦੀ ਹੁੰਦੀ ਹੈ। ਫਿਰ ਉਹਦੇ EMPLOYER ਦੀ ਸਟੇਟਮੈਂਟ ਚਾਹੀਦੀ ਹੁੰਦੀ ਹੈ ਵੀ ਤੁਸੀਂ ਇਹਨੂੰ ਕਿਸ ਕੰਮ ਲਈ ਘੱਲਿਆ ਸੀ, ਇਹਦਾ ਸਕੈਜੂਅਲ ਕੀ ਹੈ। ਹਾਂਜੀ, ਫਿਰ ਜਦੋਂ ਅਸੀਂ ਡਿਟਰਮੀਨੇਸ਼ਨ ਕਰ ਲੈਂਦੇ ਹਾਂ, ਪਹਿਲੀ ਗੱਲ ਤਾਂ ਇਹ ਡਿਟਰਮਿਨ ਅਸੀਂ ਕਰ ਲੈਂਦੇ ਹਾਂ ਵੀ ਦੋਏ ਪਾਰਟੀਜ਼ ਵਰਕਰ ਹੈ। ਤਾਂ ਮੇਰੀ ਐਡਵਾਈਸ ਤਾਂ ਹੁੰਦੀ ਵੀ ਤੁਸੀਂ WCB ਦੇ ਜਾਓ, ਡੋਂਟ ਵੇਸਟ ਯਰ ਟਾਈਮ, ਡੋਂਟ ਵੇਸਟ ਯਰ ਮਨੀ, ਠੀਕ ਹੈ ਨਾ। ਹਾਊਐਵਰ ਇਫ ਇਟਸ ਅ ਗ੍ਰੇ ਏਰੀਆ, ਜੇ ਸਾਨੂੰ ਨਹੀਂ ਪਤਾ ਵੀ ਇਹ ਦੂਸਰੀ ਪਾਰਟੀ ਵਰਕਰ ਹੈ ਕਿ ਨਹੀਂ ਜੀ, ਫਿਰ ਅਸੀਂ ਜਿਹੜਾ ਲਾਅ ਸੂਟ ਹੈ ਉਹਨੂੰ ਛੇਤੀ ਸ਼ੁਰੂ ਕਰ ਦਿੰਦੇ ਹਾਂ, ਰਾਈਟ। ਅਸੀਂ ਡਿਲੇ ਨਹੀਂ ਕਰਦੇ, ਉਹਨੂੰ ਛੇਤੀ ਸ਼ੁਰੂ ਕਰਕੇ ਤੇ WCAT ਜਿਹਦੀ ਆਪਾਂ ਗੱਲ ਕੀਤੀ ਉਹ ਤੋਂ ਡਿਟਰਮੀਨੇਸ਼ਨ ਪਹਿਲਾਂ ਲੈ ਲਈਦਾ। ਵੀ ਡੋਂਟ ਲਾਈਕ ਟੂ ਪ੍ਰੋਲੋਂਗ ਦ ਪ੍ਰੋਸੈਸ। ਹਾਂਜੀ, ਕਿਉਂਕਿ ਜੇ ਤੁਸੀਂ ਐਂਡ ਤੇ ਜਾ ਕੇ ਹਾਰ ਜੰਨੇ ਆ ਤੇ ਜਿੰਨਾ ਲੰਬਾ ਪ੍ਰੋਸੈਸ ਹੁੰਦਾ ਹੈ ਉਨੇ ਜ਼ਿਆਦਾ ਤੁਹਾਨੂੰ ਖਰਚੇ ਵੀ ਹੈਗੇ ਨੇ। ਬਿਲਕੁਲ, ਹਾਂਜੀ, ਸੋ ਦੈਟਸ ਮਾਈ ਪਰਸਨਲ ਪ੍ਰੈਫਰੈਂਸ ਐਂਡ ਪ੍ਰੋਸੀਜਰ। ਓਕੇ, ਸੋ ਬੈਠ ਕੇ ਪਹਿਲਾਂ ਗੱਲਬਾਤ ਕੀਤੀ ਤੇ ਪੁੱਛਿਆ ਬਈ ਕੀ ਹੈਗਾ ਸੀ, ਉਸ ਤੋਂ ਬਾਅਦ ਐਡਜਸਟਰ ਨਾਲ ਕੀਤੀ, ਦੈਨ ਵਾਟ ਹੈਪਨਸ? ਹਾਂਜੀ, ਸੋ ਦੈਨ ਡਿਸਕਵਰੀ ਹੁੰਦੀ ਹੈ, ਐਗਜ਼ਾਮੀਨੇਸ਼ਨ ਫॉर ਡਿਸਕਵਰੀ, ਜਿਹਦੇ ਵਿੱਚ ICBC ਦਾ ਵਕੀਲ ਥੋਥੋਂ ਸਹੁੰ ਚੁਕਾ ਕੇ ਤੇ ਆਪਣਾ ਤੁਹਾਡੀ ਐਵੀਡੈਂਸ ਇਕੱਠੀ ਕਰਦਾ ਹੈ। ਤੁਹਾਨੂੰ ਪੁੱਛਦਾ ਵੀ ਉਸ ਦਿਨ ਤੁਸੀਂ ਸਟਾਰਟ ਫਰਮ ਦ ਬਿਗਿਨਿੰਗ, ਕਿੰਨੇ ਵਜੇ ਉੱਠੇ, ਕਿੰਨੇ ਵਜੇ ਘਰੋਂ ਤੁਰੇ, ਕੈਬ 'ਚ ਕਦੋਂ ਬੈਠੇ, ਫਿਰ ਕਿੱਥੇ ਕਿੱਥੇ ਫੇਰ ਛੱਡਿਆ, ਹੈ ਨਾ। ਉਹੀ ਸਵਾਲ ਫਿਰ ਅਸੀਂ ICBC ਦੇ ਡਿਫੈਂਡੈਂਟ ਨੂੰ ਪੁੱਛੀਦੇ ਆ। ਜਿਵੇਂ ਮੈਂ ਐਗਜ਼ਾਮਪਲ ਦਿੱਤਾ ਸੀ ਵੀ ਬੇਸ਼ੱਕ ਦੀ ਤੁਸੀਂ 6 ਵਜੇ ਪੀਜ਼ਾ ਡਿਲੀਵਰ ਕੀਤਾ, ਪਰ 6:30 ਵਜੇ ਜਦੋਂ ਐਕਸੀਡੈਂਟ ਹੋਇਆ ਉਦੋਂ ਉਸ ਵਕਤ ਤੁਸੀਂ ਕੀ ਕਰ ਰਹੇ ਸੀ। ਸੋ ਇਟਸ ਐਗਜ਼ਾਮੀਨੇਸ਼ਨਸ ਫॉर ਡਿਸਕਵਰੀ। ਹਾਂਜੀ, ਉਹ ਫਿਰ ਟ੍ਰਾਂਸਕ੍ਰਿਪਟ ਮੰਗਾ ਕੇ ਐਵੀਡੈਂਸ ਇਕੱਠੀ ਕਰਕੇ then you make an application to the workers compensation appeal tribunal। ਉਹਨਾਂ ਤੋਂ ਫਿਰ ਅਸੀਂ ਡਿਟਰਮੀਨੇਸ਼ਨ ਲਈਦੀ ਹੈ। ਕਈ ਮਹੀਨੇ ਲੰਘ ਜਾਂਦੇ, ਫਿਰ ਉਹਨਾਂ ਨੂੰ ਕਈ ਵਾਰੀ ਫੈਸਲਾ ਦੇਣ ਵਾਸਤੇ। ਹਾਂਜੀ, ਸੋ ਉਹਨਾਂ ਨੂੰ ਐਵੀਡੈਂਸ ਅਸੀਂ ਬਾਈ ਐਫੀਡੇਵਿਟ ਦਿੰਦੇ ਹਾਂ। ਐਫੀਡੇਵਿਟ ਆਪਦੇ ਕਲਾਇੰਟ ਦਾ, ਐਗਜ਼ਾਮੀਨੇਸ਼ਨ ਫॉर ਡਿਸਕਵਰੀ ਦੀ ਐਵੀਡੈਂਸ। ਹਾਂਜੀ, ਉਹਨਾਂ ਨੂੰ ਫਿਰ ਅਸੀਂ ਸਬਮਿਟ ਕਰਦੇ ਹਾਂ, ਸਬਮਿਸ਼ਨਸ ਪੇਸ਼ ਕਰਦੇ ਹਾਂ ਇਨ ਰਾਈਟਿੰਗ। ਫਿਰ ਉਹਨਾਂ ਤੋਂ ਡਿਟਰਮੀਨੇਸ਼ਨ ਲੈ ਕੇ ਫਿਰ ਅੱਗੇ ਮੈਂ ਆਪਦੇ ਕੇਸ ਨੂੰ ਵਧਾਉਣਾ ਹੁੰਦਾ। ਠੀਕ, ਐਂਡ ਇਹਦੇ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਇਹ ਬਿਲਕੁਲ ਕੇਸ ਹੀ ਚੇਂਜ ਹੋ ਜਾਂਦਾ ਜੇਕਰ ਇੱਕ ਬੰਦਾ ਵਰਕਰ ਹੈਗਾ ਤੇ ਇੱਕ ਨਹੀਂ ਹੈਗਾ, ਜਾਂ ਐਟ ਦ ਟਾਈਮ ਆਫ ਦ ਐਕਸੀਡੈਂਟ ਕੀ ਸਿਚੁਏਸ਼ਨ ਹੈਗੀ ਸੀ। ਸੋ ਐਵਰੀਥਿੰਗ ਡਿਪੈਂਡਸ ਅਪੋਨ ਦੈਟ। ਇਹਦੇ ਸਾਰੇ ਕੌਨਸੀਕੁਐਂਸਿਸ ਵੀ ਤੁਸੀਂ ਜਿਹੜਾ ਜ਼ਿਕਰ ਕੀਤਾ ਹੈਗਾ ਕਿ ਬਈ ਪਹਿਲਾਂ ਹੀ ਤੁਸੀਂ ਬੈਠ ਕੇ ਜਿਹੜਾ ਤੁਹਾਡਾ ਕਲਾਇੰਟ ਹੈ ਉਹਦੇ ਨਾਲ ਡਿਸਕਸ਼ਨ ਕਰ ਲੈਂਦੇ ਤਾਂ ਕਿ ਇਹ ਨਾ ਹੋਏ ਕਿ ਸਾਰਾ ਕੁਝ ਕਰਕੇ ਪਹੁੰਚੋ ਐਂਡ ਤੱਕ ਤੇ ਨਿਕਲੇ ਕੁਝ ਨਾ, ਐਂਡ ਦੈਨ ਯੂ ਹੈਵ ਟੂ ਬੇਅਰ ਆਲ ਦ ਐਕਸਪੈਂਸ। ਬਿਲਕੁਲ ਜੀ, ਚੰਗੇ ਵਕੀਲ ਨੂੰ ਹਮੇਸ਼ਾ ਕਲਾਇੰਟ ਨੂੰ ਪਹਿਲੇ ਦਿਨੋਂ ਹੀ ਸਮਝਾਉਣਾ ਚਾਹੀਦਾ ਹੈ ਆਹ ਤੁਹਾਡੇ ਜ਼ਿੰਮੇਵਾਰੀਆਂ ਹੈ, ਪਰ ਜੇ ਆਪਾਂ ਇਸ ਕੇਸ ਨੂੰ ਵਧਾ ਕੇ ਤੇ ਹਾਰਦੇ ਆ ਤੇ ਆਹ ਕਾਸਟ ਕੌਨਸੀਕੁਐਂਸਿਸ ਹੈ, ਪਹਿਲੀ ਗੱਲ। ਦੂਸਰੀ ਗੱਲ, ਕਈ ਕਲਾਇੰਟ ਤਾਂ ਕਹਿ ਦਿੰਦੇ ਆ ਵੀ ਅਮਰੀਕ ਜੀ ਅਸੀਂ ਆਪ ਦਾ ਖਰਚਾ, ਮੈਡੀਕਲ ਖਰਚਾ ਆਪ ਚੱਲ ਸਕਦੇ ਹਾਂ, ਕੋਈ ਫਿਕਰ ਵਾਲੀ ਗੱਲ ਨਹੀਂ। ਪਰ ਕਈ ਕਲਾਇੰਟ ਨਹੀਂ ਚੱਲਦੇ, ਉਹ ਕਹਿੰਦੇ ਆਮ ਸੌਰੀ ਆਈ ਕੈਨ ਅਫੋਰਡ ਦੈਟ। ਹਾਂਜੀ, ਫਿਰ ਉਹਨਾਂ ਨੂੰ ਹੋਰ ਐਡਵਾਈਸ ਦੇਣੀ ਪੈਂਦੀ ਹੈ। ਸੋ it really depends on case by case। ਹਾਂਜੀ, absolutely। and towards the end ਇਹ ਜਿਹੜਾ ਇਹੋ ਜਿਹੇ ਐਕਸੀਡੈਂਟਸ ਜਦੋਂ ਹੋਣ ਉਹਦੇ ਵਿੱਚ ਤੁਹਾਡੀ ਕੀ ਐਕਸਪੀਰੀਅੰਸ ਕੀ ਕਹਿੰਦਾ ਹੈ, ਕੀ ਤੁਸੀਂ ਐਡਵਾਈਸ ਅਖੀਰ ਵਿੱਚ ਦਿਓਗੇ? ਐਡਵਾਈਸ ਇਹੀ ਹੈ ਵੀ ਤੁਸੀਂ ਵਕੀਲ ਤੋਂ ਸਲਾਹ ਲਓ, ਕਿਉਂਕਿ ਇਹ ਕੰਪਲਿਕੇਟਡ ਏਰੀਆ ਹੈ। ਹਾਂਜੀ, ਜੇ ਤੁਸੀਂ ਆਪ ਕੰਮ ਤੇ ਹੈ, ਇਉਂ ਨਾ ਸੋਚੋ ਵੀ ਮੈਨੂੰ ਜ਼ਰੂਰੀ ਹੈ ਵੀ WCB ਦੇ ਜਾਵਾਂ, ਕਿਉਂਕਿ ਮੈਂ ਬਹੁਤ ਵਾਰੀ ਸੁਣਿਆ ਹੈ ਵੀ ICBC ਦਾ ਜਿਹੜਾ ਐਡਜਸਟਰ ਹੈ ਉਹ ਹਮੇਸ਼ਾ ਕੋਸ਼ਿਸ਼ ਇਹੀ ਕਰਦਾ ਹੈ ਵੀ ਤੁਹਾਨੂੰ WCB ਦੇ ਰਾਹ 'ਚ ਪਾ ਦਈਏ ਜਾਂ ਉਸ ਲੀਹ ਤੇ ਪਾ ਦਈਏ, because after all ICBC would rather not pay, of course, right? So don't take their word for granted। ਇਉਂ ਨਾ ਸੋਚੋ ਵੀ ਜਿਹੜੀ ਸਾਨੂੰ ਐਡਵਾਈਸ ICBC ਦੇ ਐਡਜਸਟਰ ਤੋਂ ਮਿਲ ਗਈ ਉਹੀ ਅਸੀਂ ਲਈਏ। Get some advice from a lawyer। It doesn't hurt and it's free advice। Absolutely, and then work according to that, ਕਿਉਂਕਿ again case by case ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੁਝ ਵੀ ਜਿਹੜਾ at the time of accident ਜਿਹੜਾ ਹੈਗਾ ਜੇ ਉਸ ਨੂੰ ਸਹੀ ਰਿਪਰੈਜ਼ੈਂਟੇਸ਼ਨ ਨਹੀਂ ਹੁੰਦੀ ਤਾਂ ਸਾਰੇ ਦਾ ਸਾਰਾ ਕੇਸ ਹੀ ਬਦਲ ਸਕਦਾ ਹੈ। ਬਿਲਕੁਲ ਜੀ, ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ।